ਸਤਿ ਸ੍ਰੀ ਅਕਾਲ। ਸਾਹਿਤਕ ਸੱਚ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਸਾਹਿਤ ਦੇ ਰੂਪ ਨਾਵਲ ਬਾਰੇ ਚਰਚਾ ਕਰਨ ਜਾ ਰਹੇ ਹਾਂ। ਪਰ ਇਸ ਤੋਂ ਪਹਿਲਾਂ ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ, ਔਰ ਨਾਲ ਹੀ ਚੈਨਲ ਨੂੰ ਹੋਰ ਵਿਦਿਆਰਥੀਆਂ ਦੇ ਨਾਲ ਸਾਂਝਾ ਵੀ ਕਰਦੇ ਰਹੋ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀਆਂ ਪੜ੍ਹਾਈ ਸੰਬੰਧੀ ਜ਼ਰੂਰਤਾਂ ਦੀ ਸਮੇਂ ਸਿਰ ਪੂਰਤੀ ਕਰ ਸਕਣ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਸਭ ਤੋਂ ਪਹਿਲਾਂ ਅਸੀਂ ਨਾਵਲ ਦੀ ਭੂਮਿਕਾ ਭਾਵ ਮੁੱਢਲੀ ਜਾਣ ਪਛਾਣ ਕਰਾਉਣਾ ਜ਼ਰੂਰੀ ਸਮਝਦੇ ਹਾਂ, ਕਿਉਂਕਿ ਨਾਵਲ ਇੱਕ ਅਜਿਹਾ ਸਾਹਿਤ ਰੂਪ ਹੈ ਜਿਸ ਵਿੱਚ ਮਨੁੱਖੀ ਜੀਵਨ ਅਤੇ ਮਨੁੱਖੀ ਸਮਾਜ ਦੀ ਵਿਸਤਾਰਪੂਰਵਕ ਅਤੇ ਕਲਾਤਮਕ ਪੇਸ਼ਕਾਰੀ ਕੀਤੀ ਜਾਂਦੀ ਹੈ, ਔਰ ਇਹ ਸਾਹਿਤ ਰੂਪ ਪੱਛਮੀ ਸਾਹਿਤ ਦੇ ਪ੍ਰਭਾਵ ਅਧੀਨ ਹੋਣ ਦੇ ਵਿੱਚ ਆਇਆ। ਪੱਛਮੀ ਸਾਹਿਤ ਦੇ ਵਿੱਚ ਇਹ ਸਾਹਿਤ ਰੂਪ 17ਵੀਂ ਸਦੀ ਦੇ ਮੱਧ ਵਿੱਚ ਹੋਂਦ ਵਿੱਚ ਆਇਆ, ਪਰ ਪੰਜਾਬੀ ਦੇ ਵਿੱਚ ਇਹ 20ਵੀਂ ਸਦੀ ਦੇ ਮੁੱਢ ਦੇ ਵਿੱਚ ਇਸ ਦਾ ਆਗਮਨ ਹੁੰਦਾ ਹੈ ਜਾਂ ਸ਼ੁਰੂਆਤ ਹੁੰਦੀ ਹੈ। ਪਰ ਪੱਛਮੀ ਸਾਹਿਤ ਤੋਂ ਚਿਰੋਕਾ ਸ਼ੁਰੂ ਹੋਣ ਦੇ ਬਾਵਜੂਦ ਵੀ ਪੰਜਾਬੀ ਨਾਵਲ ਨੇ ਕਾਫੀ ਨਿਵੇਕਲੀ ਸਥਾਨ ਜੋ ਹੈ ਸਾਹਿਤ ਦੇ ਵਿੱਚ ਹਾਸਲ ਕਰ ਲਈ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਨਾਵਲ ਦਾ ਅਰਥ, ਕਿਉਂਕਿ ਨਾਵਲ ਜੋ ਹੈ ਨੋਬੇਲਾ, ਜੋ ਕਿ ਲਾਤੀਨੀ ਭਾਸ਼ਾ ਦਾ ਸ਼ਬਦ ਹੈ, ਉਸ ਤੋਂ ਬਣਿਆ ਹੈ। ਨੋਬੇਲਾ ਤੋਂ ਭਾਵ ਹੈ ਨਵਾਂ ਜਾਂ ਨਵੀਨ, ਕਿਉਂਕਿ ਨਬੇਲਾ ਤੋਂ ਰੋਮਨ ਦੇ ਵਿੱਚ ਇਸ ਨੂੰ ਨੋਵੇਲਾ, ਨਾਵਲੋ ਤੇ ਅੰਤ ਨਾਵਲ ਤੱਕ ਇਸਨੇ ਆਪਣਾ ਜੋ ਇੱਕ ਮੁਕਾਮ ਤੈਅ ਕੀਤਾ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਨਾਵਲ ਦੀਆਂ ਪਰਿਭਾਸ਼ਾਵਾਂ, ਕਿਉਂਕਿ ਨਾਵਲ ਦੇ ਬਾਰੇ ਵੱਖ-ਵੱਖ ਵਿਦਵਾਨਾਂ ਨੇ ਵੱਖ-ਵੱਖ ਪਰਿਭਾਸ਼ਾਵਾਂ ਦਿੱਤੀਆਂ ਹਨ। ਸਭ ਤੋਂ ਪਹਿਲਾਂ ਇੰਗਲਿਸ਼ ਡਿਕਸ਼ਨਰੀ ਨੂੰ ਅਸੀਂ ਹਵਾਲੇ ਵਜੋਂ ਲਵਾਂਗੇ, ਜਿਸ ਅਨੁਸਾਰ ਯੋਗ ਲੰਬਾਈ ਦੀ ਲਿਖੀ ਹੋਈ ਉਹ ਕਲਪਿਤ ਵਾਰਤਾ ਹੈ ਨਾਵਲ, ਜਿਸ ਵਿੱਚ ਜੀਵਨ ਦੇ ਪਾਤਰਾਂ ਅਤੇ ਉਹਨਾਂ ਦੇ ਕਾਰਜ ਨੂੰ ਪਲਾਟ ਵਿੱਚ ਬੰਨ੍ਹ ਕੇ ਪੇਸ਼ ਕੀਤਾ ਜਾਂਦਾ ਹੈ। ਹੀਓ ਵਾਲਪਲ ਅਨੁਸਾਰ ਨਾਵਲ ਉਹ ਕਲਾ ਹੈ ਜਿਸ ਵਿੱਚ ਮਨੋਕਲਪਿਤ ਪਾਤਰਾਂ ਨਾਲ ਵਾਪਰੀਆਂ ਮਨੋਕਲਪਿਤ ਘਟਨਾਵਾਂ ਦਾ ਵਰਣਨ ਕੀਤਾ ਜਾਂਦਾ ਹੈ। ਐਲਿਜ਼ਾਬੈਥ ਡਿਊ ਅਨੁਸਾਰ ਨਾਵਲ ਉਹਨਾਂ ਸਮੱਸਿਆਵਾਂ ਅਤੇ ਉਲਝਣਾਂ ਦਾ ਵਰਣਨ ਹੈ ਜੋ ਆਮ ਮਨੁੱਖ ਦੇ ਜੀਵਨ ਦੇ ਵਿੱਚ ਆਉਂਦੀਆਂ ਹਨ। ਇਸੇ ਤਰ੍ਹਾਂ ਐਡਮੰਡ ਲਿਖਦੇ ਹਨ ਕਿ ਨਾਵਲ ਇੱਕ ਲਗਾਤਾਰ ਕਹਾਣੀ ਹੈ ਅਸਲ ਦੇ ਵਿੱਚ, ਜਿਸ ਵਿੱਚ ਭਾਵੇਂ ਇਤਿਹਾਸਕ ਸੱਚ ਨਹੀਂ ਹੁੰਦਾ, ਪਰ ਇਸ ਦੇ ਵਿੱਚ ਆਸਾਨੀ ਦੇ ਨਾਲ ਸੱਚ ਦਾ ਭੁਲੇਖਾ ਪਾਇਆ ਜਾ ਸਕਦਾ ਹੈ। ਡਾਕਟਰ ਸ਼ਾਮ ਸੁੰਦਰ ਲਿਖਦੇ ਹਨ ਕਿ ਨਾਵਲ ਉਹ ਕਲਾ ਰੂਪ ਹੈ ਜਿਸ ਵਿੱਚ ਲੇਖਕ ਮਨੋਕਲਪਿਤ ਪਾਤਰਾਂ ਦੇ ਨਾਲ ਵਾਪਰੀਆਂ ਕੁਝ ਘਟਨਾਵਾਂ ਨੂੰ ਖਾਸ ਵਿਧੀ ਦੇ ਨਾਲ ਪੇਸ਼ ਕਰਨ ਦਾ ਯਤਨ ਕਰਦਾ ਹੈ। ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨਾਵਲ ਨੂੰ ਜੋ ਹੈ ਬਿਰਤਾਂਤ ਵਿੱਚ ਵਿਸ਼ੇਸ਼ ਘਟਨਾਵਾਂ ਦਾ ਕਰਮਬੱਧ ਬਿਆਨ ਮਿਥਦੇ ਹਨ, ਜਿਹੜਾ ਕਿ ਇੱਕ ਜਾਂ ਅਨੇਕ ਪਾਤਰਾਂ ਦੇ ਨਾਲ ਵਾਪਰੀਆਂ ਘਟਨਾਵਾਂ ਹੀ ਹੁੰਦੀਆਂ ਹਨ। ਇਸੇ ਤਰ੍ਹਾਂ W.E. ਵਿਲੀਅਮਸ ਲਿਖਦੇ ਹਨ ਕਿ ਉਹ ਲੰਬੇਰੀ ਵਾਰਤਕ ਰਚਨਾ ਜਿਸ ਵਿੱਚ ਕਲਪਿਤ ਲੋਕਾਂ ਦੇ ਕਾਰਜ ਨੂੰ ਬਿਆਨਿਆ ਗਿਆ ਹੋਵੇ ਨਾਵਲ ਹੁੰਦਾ ਹੈ। ਸੋ ਸਪਸ਼ਟ ਹੈ ਕਿ ਨਾਵਲ ਇੱਕ ਅਜਿਹੀ ਵਾਰਤਕ ਰਚਨਾ ਹੈ ਜਿਸ ਵਿੱਚ ਇੱਕ ਲੰਮੇਰੀ ਕਹਾਣੀ ਹੁੰਦੀ ਹੈ, ਜਿਸ ਨੂੰ ਕਲਪਨਾ ਦੇ ਰੰਗ ਵਿੱਚ ਰੰਗ ਕੇ ਪੇਸ਼ ਕੀਤਾ ਜਾਂਦਾ ਹੈ, ਜੋ ਪਾਠਕ ਨੂੰ ਸੁਹਜ ਵੀ ਦਿੰਦੀ ਹੈ, ਸਵਾਦ ਵੀ ਦਿੰਦੀ ਹੈ, ਸੱਚ ਹੋਣ ਦਾ ਭੁਲੇਖਾ ਵੀ ਪਾਉਂਦੀ ਹੈ ਅਤੇ ਉਸ ਦੇ ਮਨ ਦੇ ਉੱਤੇ ਡੂੰਘਾ ਅਸਰ ਵੀ ਪਾਉਂਦੀ ਹੈ। ਇਸ ਤੋਂ ਬਾਅਦ ਆ ਜਾਂਦੇ ਹਨ ਨਾਵਲ ਦੇ ਤੱਤ, ਕਿਉਂਕਿ ਵਿਦਵਾਨਾਂ ਨੇ ਨਾਵਲ ਦੇ ਕੁਝ ਤੱਤ ਨਿਸ਼ਚਿਤ ਕੀਤੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਤੱਤ ਹੈ ਵਿਚਾਰਧਾਰਾ ਜਾਂ ਵਿਸ਼ਾ ਵਸਤੂ, ਕਿਉਂਕਿ ਕੋਈ ਵੀ ਰਚਨਾ ਜਿਸ ਦੀ ਅਸੀਂ ਸਿਰਜਣਾ ਕਰਦੇ ਹਾਂ ਉਹ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਰਚੀ ਜਾਂਦੀ ਹੈ, ਔਰ ਉਸ ਵਿਸ਼ੇ ਦੇ ਵਿੱਚ ਲੇਖਕ ਜੋ ਹੈ ਆਪਣੀ ਵਿਚਾਰਧਾਰਾ ਜਾਂ ਆਪਣੇ ਦ੍ਰਿਸ਼ਟੀਕੋਣ ਨੂੰ ਹੀ ਪੇਸ਼ ਕਰ ਰਿਹਾ ਹੁੰਦਾ ਹੈ। ਸੋ ਹੈਡਸਨ ਲਿਖਦੇ ਹਨ ਕਿ ਨਾਵਲ ਉਹੀ ਮਹਾਨ ਹੁੰਦਾ ਹੈ ਜੋ ਗੰਭੀਰ ਰੂਪ ਵਿੱਚ ਉਹਨਾਂ ਚੀਜ਼ਾਂ ਉੱਤੇ ਟਿਕਿਆ ਹੋਵੇ ਜੋ ਸਾਨੂੰ ਆਮ ਜੀਵਨ ਦੇ ਸੰਘਰਸ਼ ਵਿੱਚ ਲਗਾਤਾਰ ਅਤੇ ਸੰਜੀਦਗੀ ਦੇ ਨਾਲ ਪ੍ਰਭਾਵਿਤ ਕਰਦੀਆਂ ਹਨ। ਸੋ ਨਾਵਲ ਦੇ ਵਿੱਚ ਜੋ ਨਾਵਲਕਾਰ ਦੀ ਵਿਚਾਰਧਾਰਾ ਹੈ ਜਾਂ ਉਸ ਦਾ ਦ੍ਰਿਸ਼ਟੀਕੋਣ ਹੈ, ਜਾਂ ਉਸ ਸਮੇਂ ਦੇ ਸਮਾਜ ਦੇ ਜੋ ਆਰਥਿਕ, ਰਾਜਨੀਤਿਕ, ਮਨੋਵਿਗਿਆਨਿਕ, ਸਮਾਜਿਕ ਜਾਂ ਸੱਭਿਆਚਾਰਕ ਮਸਲੇ ਹੁੰਦੇ ਹਨ, ਉਹਨਾਂ ਨੂੰ ਨਾਵਲਕਾਰ ਵਿਸ਼ੇ ਵਜੋਂ ਚੁਣਦਾ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਨਾਵਲ ਦਾ ਪਲਾਟ ਜਾਂ
ਗੋਂਦ, ਕਿਉਂਕਿ ਪਲਾਟ ਜਾਂ ਗੋਂਦ ਇੱਕ ਅਜਿਹਾ ਫਰੇਮ ਹੁੰਦਾ ਹੈ ਜਿਸ ਦੇ ਵਿੱਚ ਨਾਵਲਕਾਰ ਆਪਣੀ ਕਹਾਣੀ ਦੀਆਂ ਤੰਦਾਂ ਨੂੰ ਸਿਲਸਿਲੇਵਾਰ ਪੇਸ਼ ਕਰਨ ਦਾ ਯਤਨ ਕਰਦਾ ਹੈ। ਭਾਵ ਨਾਵਲ ਵਿੱਚ ਆਈਆਂ ਵੱਖ-ਵੱਖ ਘਟਨਾਵਾਂ ਨੂੰ ਇੱਕ ਤਰਤੀਬ ਵਿੱਚ ਲੜੀ ਵਿੱਚ ਪਰੋ ਕੇ ਪੇਸ਼ ਕਰਨ ਦਾ ਨਾਂ ਹੀ ਗੋਂਦ ਹੈ। ਔਰ ਨਾਵਲ ਦੀ ਕਹਾਣੀ ਦੇ ਵਿੱਚ ਜੋ ਹੈ ਗੋਂਦ ਜਾਂ ਪਲਾਟ ਦਾ ਵਿਸ਼ੇਸ਼ ਮਹੱਤਵਪੂਰਨ ਸਥਾਨ ਹੁੰਦਾ ਹੈ, ਕਿਉਂਕਿ ਪਲਾਟ ਜੋ ਹੈ ਜੋ ਨਾਵਲ ਦੀਆਂ ਘਟਨਾਵਾਂ ਹਨ ਉਹਨਾਂ ਨੂੰ ਯਥਾਰਥਕ ਰੂਪ ਵਿੱਚ ਪਾਠਕ ਦੇ ਮਨ ਦੇ ਵਿੱਚ ਉਤਸੁਕਤਾ ਜਗਾਈ ਰੱਖਣ ਦੇ ਲਈ ਸ਼ੁਰੂ ਤੋਂ ਲੈ ਕੇ ਅੰਤ ਤੱਕ ਪ੍ਰਭਾਵਸ਼ਾਲੀ ਬਣਾਉਣ ਦਾ ਯਤਨ ਕਰਦਾ ਹੈ। ਔਰ ਨਾਵਲ ਦੇ ਵਿੱਚ ਜੋ ਹੈ ਨਾਵਲਕਾਰ ਉਤਸੁਕਤਾ ਪੈਦਾ ਕਰਨ ਦੇ ਲਈ, ਇੱਕ ਗਹਿਰਾ ਪ੍ਰਭਾਵ ਸਿਰਜਣ ਦੇ ਲਈ ਜੋ ਹੈ ਆਪਣੀ ਨਾਵਲ ਦੀ ਜੋ ਗੋਂਦ ਹੈ ਜਾਂ ਪਲਾਟ ਹੈ ਉਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ, ਭਾਵੇਂ ਸ਼ੁਰੂ ਦੇ ਵਿੱਚ ਜਾਣ ਪਛਾਣ ਦੇ ਆਧਾਰ 'ਤੇ ਫਿਰ ਕਹਾਣੀ ਦੀ ਚੜ੍ਹਾਈ ਕਰਦਾ ਹੈ, ਫਿਰ ਉਸ ਨੂੰ ਸ਼ਿਖਰ 'ਤੇ ਲੈ ਜਾਂਦਾ ਹੈ, ਸ਼ਿਖਰ ਤੋਂ ਬਾਅਦ ਉਤਰਾਈ ਜਾਂ ਪਤਨ ਸ਼ੁਰੂ ਹੁੰਦਾ ਹੈ ਅਤੇ ਅੰਤ ਜੋ ਹੈ ਤੱਕ ਕਹਾਣੀ ਪੁੱਜ ਜਾਂਦੀ ਹੈ। ਸੋ ਪਲਾਟ ਜਾਂ ਗੋਂਦ ਦਾ ਨਾਵਲ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਵਿੱਚ ਕਾਫੀ ਮਹੱਤਵਪੂਰਨ ਸਥਾਨ ਹੁੰਦਾ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਪਾਤਰ ਚਿੱਤਰਣ, ਕਿਉਂਕਿ ਨਾਵਲ ਦੇ ਵਿੱਚ ਨਾਵਲਕਾਰ ਜੋ ਪਾਤਰ ਹੁੰਦੇ ਹਨ ਉਹਨਾਂ ਦਾ ਚਿੱਤਰਣ ਕਰਨਾ ਜੋ ਹੈ ਉਹ ਆਪਣੇ ਵਿਸ਼ੇ ਦੇ ਨੂੰ ਜੋ ਹੈ ਪੂਰੀ ਪਕੜ ਦੇ ਵਿੱਚ ਰੱਖ ਕੇ ਜਾਂ ਵਿਸ਼ੇ ਨੂੰ ਪ੍ਰਗਟਾਉਣ ਦੇ ਵਿੱਚ ਸਹਾਇਕ ਸਿੱਧ ਹੁੰਦਾ ਹੈ। ਮੁਨਸ਼ੀ ਪ੍ਰੇਮਚੰਦ ਅਨੁਸਾਰ ਮੈਂ ਉਪਨਿਆਸ ਨੂੰ ਮਾਨਵੀ ਚਰਿੱਤਰ ਦਾ ਚਿੱਤਰ ਮਾਤਰ ਹੀ ਸਮਝਦਾ ਹਾਂ, ਕਿਉਂਕਿ ਕੋਈ ਵੀ ਨਾਵਲ ਪਾਤਰਾਂ ਦੇ ਸਫਲ ਚਿੱਤਰਣ ਤੋਂ ਬਿਨਾਂ ਕਦੇ ਸਫਲ ਨਹੀਂ ਹੋ ਸਕਦਾ। ਪਾਤਰ ਸਮਾਜਿਕ ਚੌਗਿਰਦੇ ਦੇ ਵਿੱਚੋਂ ਚੁਣੇ ਹੋਏ ਹੁੰਦੇ ਹਨ। ਸਮਾਜਿਕ ਜੋ ਚੌਗਿਰਦਾ ਹੈ ਉਸ ਦੀ ਇੱਕ ਤਰ੍ਹਾਂ ਦੇ ਨਾਲ ਪ੍ਰਤੀਨਿਧਤਾ ਕਰਦੇ ਹਨ। ਉਹਨਾਂ ਦਾ ਸੁਭਾਅ ਜੋ ਹੈ ਉਹ ਸਮੇਂ, ਸਥਾਨ ਅਤੇ ਪਰਿਸਥਿਤੀਆਂ ਦੇ ਅਨੁਕੂਲ ਹੋਣਾ ਚਾਹੀਦਾ ਹੈ ਔਰ ਪਾਤਰ ਨਾਵਲਕਾਰ ਦੇ ਹੱਥਾਂ ਦੀਆਂ ਕਠਪੁਤਲੀਆਂ ਨਾ ਹੋ ਕੇ ਸੁਭਾਵਕ ਰੂਪ ਦੇ ਵਿੱਚ ਵਿਚਰਦੇ ਹੋਣੇ ਚਾਹੀਦੇ ਹਨ। ਇਸ ਤੋਂ ਬਾਅਦ ਆ ਜਾਂਦਾ ਹੈ ਭਾਸ਼ਾ ਸ਼ੈਲੀ ਜਾਂ ਵਾਰਤਾਲਾਪ, ਕਿਉਂਕਿ ਨਾਵਲ ਦੇ ਵਿੱਚ ਭਾਸ਼ਾ ਸ਼ੈਲੀ ਜਾਂ ਵਾਰਤਾਲਾਪ ਦਾ ਬਹੁਤ ਮਹੱਤਵਪੂਰਨ ਸਥਾਨ ਹੈ, ਕਿਉਂਕਿ ਵਾਰਤਾਲਾਪ ਜੋ ਹੈ ਉਹ ਨਾਵਲ ਦੀ ਕਹਾਣੀ ਨੂੰ ਅੱਗੇ ਤੋਰਨ ਦੇ ਵਿੱਚ ਸਹਾਈ ਹੁੰਦਾ ਹੈ। ਔਰ ਭਾਸ਼ਾ ਸ਼ੈਲੀ ਜਿਹੜੀ ਹੈ ਇਹ ਲੇਖਕ ਦੀ ਨਿਵੇਕਲੀ ਹੁੰਦੀ ਹੈ, ਕਿਉਂਕਿ ਭਾਸ਼ਾ ਨੂੰ ਅਸੀਂ ਜਾਂ ਸ਼ੈਲੀ ਨੂੰ ਦੋ ਢੰਗਾਂ ਦੇ ਨਾਲ ਅਸੀਂ ਸਮਝ ਸਕਦੇ ਹਾਂ ਜਾਂ ਦੋ ਤਰ੍ਹਾਂ ਦੀ ਹੋ ਸਕਦੀ ਹੈ। ਇੱਕ ਤਾਂ ਨਾਵਲਕਾਰ ਦੀ ਭਾਸ਼ਾ ਹੁੰਦੀ ਹੈ ਔਰ ਦੂਸਰੀ ਜੋ ਹੈ ਉਸਦੇ ਪਾਤਰਾਂ ਦੀ ਭਾਸ਼ਾ ਹੁੰਦੀ ਹੈ, ਕਿਉਂਕਿ ਨਾਵਲਕਾਰ ਦੀ ਜੋ ਭਾਸ਼ਾ ਹੈ ਉਹ ਕੇਂਦਰੀ ਪੰਜਾਬੀ ਜਾਂ ਉਸ ਦੇ ਵਿੱਚ ਸਾਰੇ ਹਰ ਤਰ੍ਹਾਂ ਦੇ ਅਖਾਣ ਜਾਂ ਮੁਹਾਵਰੇ, ਅਲੰਕਾਰ, ਰਸ ਜਾਂ ਛੰਦ ਵਗੈਰਾ ਵਰਤੇ ਜਾਂਦੇ ਹਨ। ਅਤੇ ਜੋ ਪਾਤਰਾਂ ਦੀ ਭਾਸ਼ਾ ਹੁੰਦੀ ਹੈ ਉਹਨਾਂ ਦੇ ਇਲਾਕੇ ਅਤੇ ਉਹਨਾਂ ਦੇ ਮਨੋਭਾਵਾਂ, ਉਹਨਾਂ ਦੀ ਵਿਦਿਅਕ ਯੋਗਤਾ ਜਾਂ ਉਹਨਾਂ ਦੀਆਂ ਮਾਨਸਿਕ ਜਿਹੜੇ ਵੇਗ ਹੁੰਦੇ ਹਨ ਉਹਨਾਂ ਦੇ ਅਨੁਕੂਲ ਹੁੰਦੀ ਹੈ। ਐਂਥੋਨੀ ਟਰਾਲਪ ਲਿਖਦੇ ਹਨ ਕਿ ਭਾਸ਼ਾ ਜੋ ਹੈ ਉਹ ਸਰਲ, ਸੌਖੀ, ਸਪਸ਼ਟ ਅਤੇ ਵਿਆਕਰਣਕ ਹੋਣੀ ਚਾਹੀਦੀ ਹੈ। ਭਾਵ ਉਸ ਦੇ ਵਿੱਚ ਸਪਸ਼ਟਤਾ ਵੀ ਹੋਣੀ ਚਾਹੀਦੀ ਹੈ, ਸਰਲਤਾ ਵੀ ਹੋਣੀ ਚਾਹੀਦੀ ਹੈ ਔਰ ਵਿਆਕਰਣਕ ਤੌਰ ਤੋਂ ਸ਼ੁੱਧ ਵੀ ਹੋਣੀ ਚਾਹੀਦੀ ਹੈ। ਭਾਵ ਉਸ ਦੇ ਵਿੱਚ ਕੋਈ ਖਾਮੀਆਂ ਨਹੀਂ ਹੋਣੀਆਂ ਚਾਹੀਦੀਆਂ। ਇਸ ਤੋਂ ਬਾਅਦ ਆ ਜਾਂਦਾ ਹੈ ਨਾਵਲ ਦਾ ਦੇਸ਼, ਕਾਲ ਜਾਂ ਵਰਣਨ ਜਾਂ ਵਾਤਾਵਰਨ, ਕਿਉਂਕਿ ਨਾਵਲਕਾਰ ਜਿਸ ਦੇਸ਼ ਕਾਲ ਦੇ ਵਿੱਚ ਵਿਚਰ ਰਿਹਾ ਹੁੰਦਾ ਹੈ ਉਸ ਦੇਸ਼ ਦਾ, ਉਸ ਸਮੇਂ ਦਾ, ਉਸ ਵਾਤਾਵਰਨ ਦਾ ਜੋ ਉਭਰਵਾਂ ਪ੍ਰਭਾਵ ਉਸ ਦੀ ਰਚਨਾ ਦੇ ਵਿੱਚ ਆਉਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਨਾਵਲ ਵਿੱਚੋਂ ਸਹਿਜ ਸੁਭਾਅ ਅਤੇ ਸਹਿਜ ਸੁਭਾਵਕ ਢੰਗ ਦੇ ਨਾਲ ਉਸ ਸਮੇਂ ਦੀਆਂ ਜੋ ਪਰਿਸਥਿਤੀਆਂ ਹਨ, ਭਾਵੇਂ ਉਹ ਰਾਜਸੀ ਪਰਿਸਥਿਤੀਆਂ ਹਨ, ਭਾਵੇਂ ਸਮਾਜਿਕ, ਆਰਥਿਕ, ਰਾਜਨੀਤਿਕ ਜਾਂ ਸੱਭਿਆਚਾਰਕ ਜਾਂ ਇਤਿਹਾਸਕ ਪਰਿਸਥਿਤੀਆਂ ਹਨ, ਉਹ ਸਪਸ਼ਟ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਉਣੀਆਂ ਚਾਹੀਦੀਆਂ ਹਨ। ਔਰ ਇਹਨਾਂ ਦੇ ਵਿੱਚ ਜੋ ਹੈ ਦ੍ਰਿਸ਼ ਚਿੱਤਰਣ ਅਤੇ ਸਥਾਨਕ ਰੰਗ ਵੀ ਹੋਣਾ ਚਾਹੀਦਾ ਹੈ। ਇਸ ਲਈ ਕਰਾਫੋਰਡ ਲਿਖਦੇ ਹਨ ਕਿ ਨਾਵਲ ਇੱਕ ਤਰ੍ਹਾਂ ਦਾ ਅਜੇਬੀ ਰੰਗ ਮੰਚ ਹੈ, ਕਿਉਂਕਿ ਨਾਵਲ ਨਾਟਕ ਨਹੀਂ ਹੈ ਜਿਸ ਦਾ ਮੰਚਨ ਨਹੀਂ ਕੀਤਾ ਜਾ ਸਕਦਾ, ਪਰ ਨਾਵਲ ਇੱਕ ਤਰ੍ਹਾਂ ਦਾ ਰੰਗਮੰਚ ਤੋਂ ਘੱਟ ਵੀ ਨਹੀਂ ਹੁੰਦਾ ਔਰ ਉਸ ਦੇ ਵਿੱਚ ਜੋ ਦ੍ਰਿਸ਼ ਚਿੱਤਰਣ ਜੋ ਹੈ ਉਹਨਾਂ ਦੇ ਆਧਾਰ 'ਤੇ ਨਾਵਲ ਦੀਆਂ ਘਟਨਾਵਾਂ ਦੇ ਵਿੱਚ ਸੁਭਾਵਿਕਤਾ ਆਉਂਦੀ ਹੈ। ਇਸ ਦੇ ਨਾਲ ਹੀ ਆ ਜਾਂਦਾ ਹੈ ਉਦੇਸ਼, ਕਿਉਂਕਿ ਸਾਹਿਤਕਾਰ ਜਦੋਂ ਵੀ ਕੋਈ ਸਿਰਜਣਾ ਕਰਦਾ ਹੈ ਉਸ ਦੇ ਪਿੱਛੇ ਕੋਈ ਨਾ ਕੋਈ
ਉਦੇਸ਼ ਜ਼ਰੂਰ ਹੁੰਦਾ ਹੈ, ਕੋਈ ਨਾ ਕੋਈ ਮਨੋਰਥ ਜ਼ਰੂਰ ਹੁੰਦਾ ਹੈ, ਕਿਉਂਕਿ ਕਿਸੇ ਮਨੋਰਥ ਤੋਂ ਬਿਨਾਂ ਜੋ ਹੈ ਅਸੀਂ ਕਿਸੇ ਰਚਨਾ ਦੀ ਕਲਪਨਾ ਹੀ ਨਹੀਂ ਕਰ ਸਕਦੇ। ਪ੍ਰੋਫੈਸਰ ਨਿਰੰਜਨ ਤਸਨੀਮ ਲਿਖਦੇ ਹਨ ਕਿ ਨਾਵਲ ਦਾ ਮਨੋਰਥ ਪਾਠਕ ਦੇ ਸੌਂਦਰਿਆ ਬੋਧ ਦੀ ਸੰਤੁਸ਼ਟੀ ਕਰਦਿਆਂ ਹੋਇਆਂ ਕੋਈ ਨਾ ਕੋਈ ਸਿੱਖਿਆ ਦੇਣ ਵਾਲਾ ਹੋਣਾ ਚਾਹੀਦਾ ਹੈ। ਔਰ ਸਿੱਖਿਆ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਜੋ ਮਨੁੱਖ ਨੂੰ ਜਾਂ ਪਾਠਕ ਨੂੰ ਜੋ ਹੈ ਜ਼ਿੰਦਗੀ ਦੀਆਂ ਨਾਖੁਸ਼ਗਵਾਰ ਪ੍ਰਸਥਿਤੀਆਂ ਦੇ ਵਿੱਚ ਉਭਾਰਨ ਦੇ ਵਿੱਚ ਸਹਾਈ ਹੋਵੇ। ਇਸ ਤਰ੍ਹਾਂ ਨਾਵਲ ਦਾ ਜੋ ਜਾਂ ਕਿਸੇ ਵੀ ਰਚਨਾ ਦਾ ਜੋ ਉਦੇਸ਼ ਹੈ ਉਹ ਕਲਾ ਸਮਾਜ ਲਈ ਹੋਣਾ ਚਾਹੀਦਾ ਹੈ, ਕਿਉਂਕਿ ਕਲਾਕਾਰ ਜੋ ਹੁੰਦਾ ਹੈ ਜਾਂ ਜੋ ਨਾਵਲਕਾਰ ਹੁੰਦਾ ਹੈ ਉਹ ਇੱਕ ਅਜਿਹੀ ਧਿਰ ਹੁੰਦਾ ਹੈ ਜਾਂ ਇੱਕ ਡਾਕਟਰ ਦੇ ਵਾਂਗ ਹੁੰਦਾ ਹੈ ਜਿਸ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਸਮਾਜ ਵਿਚਲੀਆਂ ਬੁਰਾਈਆਂ ਨੂੰ ਸਿਰਫ ਪੇਸ਼ ਹੀ ਨਾ ਕਰੇ, ਬਲਕਿ ਉਹਨਾਂ ਦਾ ਕੋਈ ਨਾ ਕੋਈ ਇਲਾਜ ਵੀ ਜੋ ਹੈ ਉਹ ਜ਼ਰੂਰ ਸੁਝਾਏ, ਤਾਂ ਜੋ ਪਾਠਕ ਉਸ ਰਚਨਾ ਨੂੰ ਪੜ੍ਹਨ ਦੇ ਨਾਲ, ਉਸ ਤੋਂ ਮਨੋਰੰਜਨ ਹਾਸਿਲ ਕਰਨ ਦੇ ਨਾਲ ਉਸ ਤੋਂ ਕੋਈ ਸਿੱਖਿਆ ਜਾਂ ਸੇਧ ਵੀ ਪ੍ਰਾਪਤ ਕਰ ਸਕਣ। ਇਸ ਤੋਂ ਬਾਅਦ ਆ ਜਾਂਦਾ ਹੈ ਸਿਰਲੇਖ, ਕਿਉਂਕਿ ਨਾਵਲ ਦਾ ਜਾਂ ਕਿਸੇ ਵੀ ਰਚਨਾ ਦਾ ਜੋ ਸਿਰਲੇਖ ਹੈ ਉਹ ਢੁਕਵਾਂ ਫਬਵਾਂ ਵਿਸ਼ਵੇ ਦੇ ਨਾਲ ਸਿੱਧਾ ਸੰਬੰਧਿਤ ਹੋਣਾ ਚਾਹੀਦਾ ਹੈ। ਇੱਕ ਤਰ੍ਹਾਂ ਦੇ ਨਾਲ ਉਤਸੁਕਤਾ ਜਗਾਊ ਵੀ ਹੋਣਾ ਚਾਹੀਦਾ ਹੈ, ਪ੍ਰਭਾਵਸ਼ਾਲੀ ਵੀ ਹੋਣਾ ਚਾਹੀਦਾ ਹੈ ਔਰ ਖਿੱਚ ਭਰਪੂਰ ਵੀ ਹੋਣਾ ਚਾਹੀਦਾ ਹੈ, ਤਾਂ ਹੀ ਉਹ ਰਚਨਾ ਜਿਹੜੀ ਹੈ ਪਾਠਕਾਂ ਨੂੰ ਆਪਣੇ ਵੱਲ ਖਿੱਚ ਕਰ ਸਕਣ ਦੇ ਲਈ ਜਾਂ ਪਾਠਕਾਂ ਦੇ ਉੱਤੇ ਆਪਣਾ ਪ੍ਰਭਾਵ ਪਾਉਣ ਦੇ ਵਿੱਚ ਸਫਲ ਸਿੱਧ ਹੋਵੇਗੀ। ਇਸ ਤੋਂ ਬਾਅਦ ਆ ਜਾਂਦਾ ਹੈ ਪੰਜਾਬੀ ਨਾਵਲ। ਭਾਵ ਹੁਣ ਤੱਕ ਅਸੀਂ ਚਰਚਾ ਕੀਤੀ ਹੈ ਕਿ ਨਾਵਲ ਦਾ ਅਰਥ, ਉਸ ਦੀਆਂ ਪਰਿਭਾਸ਼ਾਵਾਂ ਔਰ ਵਿਸ਼ਵ ਸਾਹਿਤ ਦੇ ਵਿੱਚ ਜੋ ਨਾਵਲ ਦੀ ਜੋ ਆਰੰਭ ਹੋਇਆ ਹੈ ਉਹ ਕਦੋਂ ਜਾਂ ਕਿਵੇਂ ਹੋਇਆ ਹੈ, ਔਰ ਇਸ ਦੇ ਨਾਲ ਨਾਲ ਵਿਦਵਾਨਾਂ ਦੁਆਰਾ ਨਾਵਲ ਦੇ ਕਿਹੜੇ ਪ੍ਰਮੁੱਖ ਤੱਤ ਨਿਰਧਾਰਿਤ ਕੀਤੇ ਗਏ ਹਨ। ਅਤੇ ਇਸ ਤੋਂ ਬਾਅਦ ਹੈ ਕਿ ਪੰਜਾਬੀ ਨਾਵਲ ਦੀ ਕੀ ਸਥਿਤੀ ਹੈ। ਪੰਜਾਬੀ ਨਾਵਲ ਨੂੰ ਜੋ ਹੈ ਅਸੀਂ ਵੱਖ-ਵੱਖ ਦੌਰ ਦੇ ਆਧਾਰ 'ਤੇ ਸਮਝ ਸਕਦੇ ਹਾਂ, ਕਿਉਂਕਿ ਪੰਜਾਬੀ ਨਾਵਲ ਜਿਵੇਂ ਕਿ ਪਹਿਲਾਂ ਸਪਸ਼ਟ ਕੀਤਾ ਜਾ ਚੁੱਕਿਆ ਹੈ ਕਿ ਪੱਛਮੀ ਸਾਹਿਤ ਦੇ ਪ੍ਰਭਾਵ ਅਧੀਨ 20ਵੀਂ ਸਦੀ ਦੀ ਉਪਜ ਹੈ, ਔਰ ਪੰਜਾਬੀ ਦੇ ਨਾਵਲ ਨੂੰ ਸਮਝਣ ਦੇ ਲਈ ਅਸੀਂ ਵੱਖ-ਵੱਖ ਦੌਰਾਂ ਦੇ ਵਿੱਚ ਰੱਖ ਕੇ ਇਸ ਦੀ ਚਰਚਾ ਜੋ ਹੈ ਬੜੇ ਹੀ ਆਸਾਨੀ ਦੇ ਨਾਲ ਕਰ ਵੀ ਸਕਦੇ ਹਾਂ, ਔਰ ਵਿਦਿਆਰਥੀਆਂ ਨੂੰ ਇਸ ਨੂੰ ਸਮਝਣਾ ਵੀ ਬਹੁਤ ਸੁਖਾਲਾ ਹੋਵੇਗਾ, ਕਿਉਂਕਿ ਪਹਿਲਾ ਦੌਰ ਦਾ ਜੋ ਨਾਵਲ ਹੈ ਇਸ ਦੇ ਵਿੱਚ ਅਸੀਂ ਭਾਈ ਵੀਰ ਸਿੰਘ ਨੂੰ ਰੱਖ ਸਕਦੇ ਹਾਂ। ਭਾਈ ਵੀਰ ਸਿੰਘ ਦਾ ਨਾਵਲ ਜੋ ਸੁੰਦਰੀ ਹੈ ਇਹ ਪੰਜਾਬੀ ਦਾ ਪਹਿਲਾ ਨਾਵਲ ਮੰਨਿਆ ਜਾਂਦਾ ਹੈ, ਔਰ ਉਸ ਸਮੇਂ ਜੋ ਭਾਈ ਵੀਰ ਸਿੰਘ ਦਾ ਦੌਰ ਸੀ ਉਸ ਸਮੇਂ ਦੇ ਨਾਵਲਾਂ ਦੇ ਜਿਹੜੇ ਵਿਸ਼ੇ ਸਨ ਉਹ ਧਾਰਮਿਕ ਸੀ, ਦੌਰ ਸੀ ਧਾਰਮਿਕ ਜਾਂ ਸਮਾਜਿਕ ਵਿਸ਼ੇ ਜਿਹੜੇ ਸਨ ਉਹਨਾਂ ਨੇ ਪੇਸ਼ ਕੀਤੇ ਸਨ। ਇਸ ਤੋਂ ਬਾਅਦ ਭਾਈ ਵੀਰ ਸਿੰਘ ਦੇ ਦੌਰ ਦੇ ਵਿੱਚ ਹੀ ਮੋਹਨ ਸਿੰਘ ਵੈਦ ਅਤੇ ਚਰਨ ਸਿੰਘ ਸ਼ਹੀਦ ਦੇ ਨਾਮ ਵੀ ਆਉਂਦੇ ਹਨ, ਅਤੇ ਦੂਜੇ ਦੌਰ ਦੇ ਜਿਹੜੇ ਨਾਵਲਕਾਰ ਹਨ ਉਹਨਾਂ ਦੇ ਵਿੱਚੋਂ ਜੋ ਹੈ ਨਾਨਕ ਸਿੰਘ, ਜਿਸ ਨੂੰ ਕਿ ਪੰਜਾਬੀ ਦਾ ਸਿਰਮੌਰ ਨਾਵਲਕਾਰ ਵੀ ਕਿਹਾ ਜਾਂਦਾ ਹੈ, ਪੰਜਾਬੀ ਨਾਵਲ ਦਾ ਪਿਤਾਮਾ ਕਿਹਾ ਜਾਂਦਾ ਹੈ, ਸ਼ਾਹ ਸਵਾਰ ਕਿਹਾ ਜਾਂਦਾ ਹੈ। ਇਹ ਦੌਰ ਜੋ ਹੈ ਪੰਜਾਬੀ ਨਾਵਲ ਦੇ ਵਿੱਚ ਕਾਫੀ ਵੱਡਾ ਸਥਾਨ ਹਾਸਿਲ ਕਰ ਚੁੱਕਾ ਹੈ, ਕਿਉਂਕਿ ਪੰਜਾਬੀ ਨਾਵਲ ਨੂੰ ਧਾਰਮਿਕ ਵਲਗਣਾ ਦੇ ਵਿੱਚੋਂ ਕੱਢ ਕੇ ਸਮਾਜਿਕ ਖੇਤਰ ਦੇ ਵਿੱਚ ਪੇਸ਼ ਕਰਨ ਦਾ ਸਿਹਰਾ ਜੋ ਹੈ ਨਾਨਕ ਸਿੰਘ ਦੇ ਸਿਰ 'ਤੇ ਜਾਂਦਾ ਹੈ। ਔਰ ਇਸ ਤੋਂ ਬਾਅਦ ਨਾਨਕ ਸਿੰਘ ਤੋਂ ਬਾਅਦ ਇੱਕ ਨਵਾਂ ਦੌਰ ਸ਼ੁਰੂ ਹੁੰਦਾ ਹੈ ਜਿਸ ਨੂੰ ਤੀਜਾ ਦੌਰ ਵੀ ਕਿਹਾ ਜਾਂਦਾ ਹੈ। ਇਸ ਦੌਰ ਦੇ ਵਿੱਚ ਸੁਰਿੰਦਰ ਸਿੰਘ ਨਰੂਲਾ, ਜਸਵੰਤ ਸਿੰਘ ਕੰਵਲ, ਨਰਿੰਦਰਪਾਲ ਸਿੰਘ ਜਿਹੇ ਨਾਵਲਕਾਰਾਂ ਨੇ ਆਪਣਾ ਖਾਸਾ ਜੋ ਰੋਲ ਅਦਾ ਕੀਤਾ, ਔਰ ਖ਼ਾਸ ਕਰਕੇ ਜੋ ਜਸਵੰਤ ਸਿੰਘ ਕੰਵਲ ਜਾਂ ਨਰਿੰਦਰਪਾਲ ਸਿੰਘ ਸਨ, ਇਹਨਾਂ ਦੇ ਨਾਵਲਾਂ ਦੇ ਜਿਹੜੇ ਵਿਸ਼ੇ ਸਨ ਉਹ ਇਤਿਹਾਸਕ ਵਿਸ਼ੇ ਸਨ। ਇਸ ਤੋਂ ਬਾਅਦ ਚੌਥਾ ਦੌਰ ਜੋ ਸ਼ੁਰੂ ਹੁੰਦਾ ਹੈ ਉਸ ਦੇ ਵਿੱਚ ਕਰਤਾਰ ਸਿੰਘ ਦੁੱਗਲ ਆ ਜਾਂਦੇ ਹਨ, ਅੰਮ੍ਰਿਤਾ ਪ੍ਰੀਤਮ ਹੈ, ਦਲੀਪ ਕੌਰ ਟਿਵਾਣਾ ਹੈ, ਸੋਹਣ ਸਿੰਘ ਸ਼ੀਤਲ ਹੈ, ਅਤੇ ਇਸੇ ਤਰ੍ਹਾਂ ਹੋਰ ਵੀ ਕਈ ਨਾਵਲਕਾਰ ਹਨ ਇਸ ਦੌਰ ਦੇ ਵਿੱਚ ਜਿਨ੍ਹਾਂ ਦਾ ਕਾਫੀ ਮਹੱਤਵਪੂਰਨ ਯੋਗਦਾਨ ਰਿਹਾ ਹੈ। ਅਤੇ ਇਸ ਤੋਂ ਬਾਅਦ ਜੋ ਅਗਲਾ ਦੌਰ ਜੋ ਹੈ ਚੱਲ ਰਿਹਾ ਹੈ ਇਸ ਦੇ ਵਿੱਚ ਅਸੀਂ ਜਸਵਿੰਦਰ ਸਿੰਘ ਦਾ ਵੀ ਨਾਮ ਸ਼ਾਮਿਲ ਕਰ ਸਕਦੇ ਹਨ। ਹੋਰ ਵੀ ਅੱਜ ਜੋ ਹੈ ਬਹੁਤ ਸਾਰੇ ਨਾਵਲਕਾਰ ਨਾਵਲ ਖੇਤਰ ਦੇ ਵਿੱਚ ਆਪਣਾ ਖਾਸਾ ਯੋਗਦਾਨ ਪਾ ਰਹੇ ਹਨ।
ਔਰ ਜੋ ਵੰਨ ਸੁਵੰਨੀਆਂ ਸਮਾਜਿਕ ਸਮੱਸਿਆਵਾਂ ਹਨ ਅਜੋਕੇ ਦੌਰ ਦੀਆਂ, ਉਹਨਾਂ ਨੂੰ ਬੜੀ ਹੀ ਭਰਪੂਰਤਾ ਦੇ ਨਾਲ ਪੇਸ਼ ਕਰਨ ਦੇ ਵਿੱਚ ਸਫਲ ਹੋ ਰਹੇ ਹਨ। ਜੇਕਰ ਸਮੁੱਚੇ ਰੂਪ ਦੇ ਵਿੱਚ ਅਸੀਂ ਕਹਿਣਾ ਹੋਵੇ, ਨਾਵਲ ਦੇ ਬਾਰੇ ਚਾਨਣਾ ਪਾਉਣਾ ਹੋਵੇ, ਤਾਂ ਡਾਕਟਰ ਪਰਮਿੰਦਰ ਸਿੰਘ ਜੋ ਹਨ, ਉਹਨਾਂ ਦੀ ਪਰਿਭਾਸ਼ਾ ਨੂੰ ਅਸੀਂ ਇਸ ਦੇ ਸਿੱਟੇ ਵਿੱਚ, ਸਮੁੱਚ ਦੇ ਵਿੱਚ ਪੇਸ਼ ਕਰ ਸਕਦੇ ਹਨ ਕਿ ਚੰਗਾ ਨਾਵਲ ਉਹੀ ਹੋ ਸਕਦਾ ਹੈ ਜਿਸ ਦੀ ਕਹਾਣੀ ਨਿਰੇ ਦਿਲ ਪਰਚਾਵੇ ਲਈ ਹੀ ਨਾ ਲਿਖੀ ਗਈ ਹੋਵੇ, ਉਸ ਵਿੱਚੋਂ ਕੁਝ ਸਿੱਖਿਆ ਵੀ ਨਿਕਲ ਸਕੇ, ਕੁਝ ਅਗਵਾਈ ਵੀ ਹੋਵੇ, ਜੀਵਨ ਦੇ ਵਿੱਚ, ਜੀਵਨ ਮਾਰਗ ਦੇ ਵਿੱਚ ਉਹ ਮਨੁੱਖ ਨੂੰ ਜਾਂ ਪਾਠਕ ਨੂੰ ਉੱਨਤੀ ਵਾਲੇ, ਤਰੱਕੀ ਵਾਲੇ ਪਾਸੇ ਲਿਜਾਣ ਦੇ ਵਿੱਚ ਸਹਾਈ ਵੀ ਹੋਵੇ। ਇਸ ਤਰ੍ਹਾਂ ਪੰਜਾਬੀ ਨਾਵਲ ਜੋ ਹੈ ਉਹ ਇੱਕ ਕਾਫੀ ਪ੍ਰਗਤੀ ਦੀਆਂ ਲੀਹਾਂ 'ਤੇ ਅੱਗੇ ਵੱਧ ਰਿਹਾ ਹੈ। ਭਾਵੇਂ ਇਹ ਅੰਗਰੇਜ਼ੀ ਨਾਵਲ ਜਿੰਨੀ ਜੋ ਹੈ ਮਕਬੂਲੀਅਤ ਹਾਸਲ ਤਾਂ ਨਹੀਂ ਕਰ ਸਕਿਆ, ਜਾਂ ਵਿਸ਼ਵ ਸਾਹਿਤ ਦੇ ਵਿੱਚ ਅਜੇ ਆਪਣਾ ਨਾਮ ਜੋ ਹੈ ਦਰਜ ਕਰਵਾਉਣ ਦੇ ਵਿੱਚ ਸਫਲ ਨਹੀਂ ਹੋ ਸਕਿਆ, ਪਰ ਇਸ ਦੇ ਬਾਵਜੂਦ ਵੀ ਪੰਜਾਬੀ ਨਾਵਲਕਾਰਾਂ ਦੁਆਰਾ ਪੰਜਾਬੀ ਨਾਵਲ ਦੇ ਖੇਤਰ ਵਿੱਚ ਪਾਏ ਗਏ ਯੋਗਦਾਨ ਸਦਕਾ ਪੰਜਾਬੀ ਨਾਵਲ ਤੋਂ ਕਾਫੀਆਂ ਜੋ ਹੈ ਸੰਭਾਵਨਾਵਾਂ ਪੰਜਾਬੀ ਨਾਵਲ ਦੇ ਵਿੱਚ, ਨਾਵਲਕਾਰਾਂ ਦੇ ਵਿੱਚ ਮੌਜੂਦ ਹਨ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੈ ਇਹ ਪੰਜਾਬੀ ਸਾਹਿਤ ਨੂੰ ਨਵੀਆਂ ਲੀਹਾਂ 'ਤੇ ਤੋਰਨ ਦੇ ਵਿੱਚ ਸਹਾਈ ਹੋਵੇਗਾ, ਇਹੀ ਆਸ ਕੀਤੀ ਜਾ ਸਕਦੀ ਹੈ। ਔਰ ਇਸ ਦੇ ਨਾਲ ਹੀ ਵਿਦਿਆਰਥੀ ਜੋ ਹੈ ਨਾਵਲ ਬਾਰੇ ਪੂਰੀ ਤਰ੍ਹਾਂ ਸਪਸ਼ਟ ਹੋ ਗਏ ਹੋਣਗੇ। ਔਰ ਜੇਕਰ ਤੁਹਾਨੂੰ ਇਹ ਕੋਸ਼ਿਸ਼ ਪਸੰਦ ਆ ਰਹੀ ਹੈ ਤਾਂ ਇਸ ਚੈਨਲ ਨੂੰ ਵੱਧ ਤੋਂ ਵੱਧ ਵਿਦਿਆਰਥੀਆਂ ਦੇ ਵਿੱਚ ਸਾਂਝਾ ਕਰਦੇ ਰਹੋ। ਮਿਲਾਂਗੇ ਅਗਲੇ ਸਾਹਿਤ ਰੂਪ ਨੂੰ ਲੈ ਕੇ, ਤਦ ਤੱਕ ਲਈ ਇਜਾਜ਼ਤ। ਧੰਨਵਾਦ।